ਸ਼ਹੀਦ ਕਮਲਜੀਤ ਸਿੰਘ ਦੀ ਸਮਾਧੀ ਉੱਤੇ ਤੇ ਨਾਲੇ ਸਾਡੇ ਜੋ ਸੈਨਿਕ ਹੈ ਉਹਨਾਂ ਨੂੰ ਰੱਖੜੀ ਬੰਨ੍ਹਣ ਆਏ ਆ। ਜਵਾਨਾਂ ਨੇ ਪੋਸਟ ਛੱਡਣ ਦਾ ਫੈਸਲਾ ਕੀਤਾ ਲੇਕਿਨ ਕਮਲਜੀਤ ਨੇ ਕਿਹਾ ਕਿ ਜਿਹਨੂੰ ਜਾਣਾ ਉਹ ਜਾ ਸਕਦਾ ਹੈ, ਲੇਕਿਨ ਮੈਂ ਆਖਰੀ ਗੋਲੀ ਤੇ ਅੰਤਿਮ ਸਾਂਸ ਤੱਕ ਜਿਹੜਾ ਲੜਾਂਗਾ। ਬਾਰਡਰ ਦੀਆਂ ਸਾਰੀਆਂ ਭੈਣਾਂ ਇਹਨਾਂ ਨੂੰ ਰੱਖੜੀ ਬੰਨ੍ਹਣ ਆਉਂਦੀਆਂ ਹਨ ਕਿ ਇਹਨਾਂ ਨੂੰ ਨਾ ਲੱਗੇ ਕਿ ਅਸੀਂ ਇੱਥੇ ਇਕੱਲੇ ਹਾਂ, ਆਪਣੇ ਫੈਮਿਲੀ ਤੋਂ ਦੂਰ ਆ। ਉਹਨਾਂ ਦੀ ਭੈਣ ਅੰਮ੍ਰਿਤਪਾਲ ਕੌਰ ਜਲੰਧਰ ਤੋਂ ਆ ਕੇ ਇੱਥੇ ਆਪਣੇ ਭੈਣ ਦੀ ਆਪਣੇ ਭਰਾ ਦੀ ਸਮਾਧੀ ਤੇ ਰੱਖੜੀ ਬੰਨ੍ਹਦੀ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਹਾਂ ਰਮਨ ਤੂਰ। ਜਦੋਂ ਵੀ ਕੋਈ ਖਾਸ ਦਿਨ ਤਿਉਹਾਰ ਆਉਂਦਾ ਹੈ ਤੇ ਕੁਝ ਖਾਸ ਜਿਹੜੀਆਂ ਖਬਰਾਂ ਉਹ ਤੁਹਾਡੇ ਰੂਬਰੂ ਕਰਦੇ ਆ, ਤੇ ਕੁਝ ਖਬਰਾਂ ਇਦਾਂ ਦੀਆਂ ਹੁੰਦੀਆਂ ਨੇ ਜਿਹਨੂੰ ਰੂਬਰੂ ਕਰਦੇ ਹੋਏ ਆਪਦਾ ਮਨ ਤਾਂ ਭਾਵੁਕ ਹੁੰਦਾ ਹੈ ਤੇ ਇਹ ਵੀ ਪਤਾ ਹੁੰਦਾ ਹੈ ਕਿ ਤੁਹਾਡੀਆਂ ਸਭ ਦੀਆਂ ਅੱਖਾਂ ਵੀ ਸ਼ਾਇਦ ਨਮ ਹੋ ਜਾਣਗੀਆਂ। ਇੱਕ ਟਰੰਕ ਦੀ ਤਸਵੀਰ ਦੇਖ ਰਹੇ ਹੋ ਤੇ ਇਸ ਟਰੰਕ ਦੇ ਵਿੱਚ ਪਏ ਹੋਏ ਕੱਪੜੇ ਉਸ ਸ਼ਹੀਦ ਵੀਰ ਦੀਆਂ ਯਾਦਾਂ ਨੇ ਜਿਹੜਾ 1971 ਦੀ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ। ਖਾਸ ਤੌਰ ਤੇ ਉਸ ਵੇਲੇ ਜਦੋਂ ਭਾਰਤੀ ਫੌਜ ਦੇ ਥੋੜੇ ਜਿਹੇ ਸਿਪਾਹੀ ਜਿਹੜੇ ਆ ਬਮਿਆਲ ਸੈਕਟਰ ਦੇ ਵਿੱਚ ਬਣੀ ਹੋਈ ਪੋਸਟ ਦੇ ਉੱਤੇ ਮੌਜੂਦ ਹੁੰਦੇ ਆ ਤੇ ਪਾਕਿਸਤਾਨੀ ਫੌਜ ਦੇ ਬਹੁਤ ਸਾਰੇ ਜਿਹੜੇ ਆ ਉੱਥੇ ਸਿਪਾਹੀ ਪਹੁੰਚਦੇ ਆ। ਹੁੰਦਾ ਕੀ ਹੈ ਕਿ ਮੌਕੇ ਦੇ ਉੱਤੇ ਭਾਰਤੀ ਫੌਜ ਦੇ ਕੁਝ ਮੈਂਬਰ ਇਹ ਫੈਸਲਾ ਲੈਂਦੇ ਆ ਕਿ ਸਾਨੂੰ ਪਿੱਛੇ ਜਾਣਾ ਚਾਹੀਦਾ, ਕੁਝ ਹੋਰ ਜਿਹੜੀ ਆ ਵੱਡੀ ਟੁਕੜੀ ਲੈ ਕੇ ਵਾਪਸ ਇਹ ਜੰਗ ਲੜਨੀ ਚਾਹੀਦੀ ਆ। ਉਹਨਾਂ ਵਿੱਚੋਂ ਇੱਕ ਫੌਜੀ ਜਵਾਨ ਕਮਲਜੀਤ ਸਿੰਘ ਇਸ ਚੀਜ਼ ਨੂੰ ਡਿਨਾਈ ਕਰਦੇ ਆ ਤੇ ਕਹਿੰਦੇ ਆ ਕਿ ਤੁਸੀਂ ਜਾਓ, ਮੈਂ ਨਹੀਂ ਜਾਂਦਾ ਜਦ ਤੱਕ ਆਖਰੀ ਗੋਲੀ ਦੇ ਨਾਲ ਮੇਰਾ ਆਖਰੀ ਸਾਹ ਤੱਕ ਚੱਲਦਾ ਹੈ ਤੇ ਮੈਂ ਉਦੋਂ ਤੱਕ ਇੱਥੋਂ ਜਿਹੜੀ ਆ ਜੰਗ ਲੜਨੀ ਬੰਦ ਨਹੀਂ ਕਰੂੰਗਾ। ਸਾਰੇ ਵਾਪਸ ਚਲੇ ਜਾਂਦੇ ਆ। ਕਮਲਜੀਤ ਸਿੰਘ ਆਪਣੀ ਉਸੇ ਜਗ੍ਹਾ ਤੇ ਡਟੇ ਰਹਿੰਦੇ ਆ ਤੇ ਪਾਕਿਸਤਾਨੀ ਫੌਜ ਉਹਨਾਂ ਨੂੰ ਅਗਵਾ ਕਰਦੀ ਆ ਤੇ ਪੂਰੇ 3 ਦਿਨ ਬਾਅਦ ਉਹਨਾਂ ਦਾ ਸਿਰ ਕਲਮ ਕਰਕੇ ਬਮਿਆਲ ਸੈਕਟਰ ਦੇ ਉੱਤੇ ਹੀ ਇੱਕ ਬੇਰੀ ਦੇ ਉੱਤੇ ਇੱਕ ਸਲਿੱਪ ਉਹਨਾਂ ਦੇ ਮੱਥੇ ਦੇ ਉੱਤੇ ਲਾ ਕੇ ਟੰਗ ਦਿੱਤਾ ਜਾਂਦਾ ਹੈ ਕਿ ਭਾਰਤੀ ਫੌਜ ਦੇ ਲਈ ਪਾਕਿਸਤਾਨੀ ਫੌਜ ਦਾ ਤੋਹਫਾ। ਤੇ ਉਸ ਤੋਂ ਬਾਅਦ ਇਸ ਚੀਜ਼ ਦੇ ਨਾਲ ਕਹਿ ਸਕਦੇ ਹਾਂ ਕਿ ਕਮਲਜੀਤ ਸਿੰਘ ਦੀ ਸ਼ਹੀਦੀ ਅਜਾਈ ਨਹੀਂ ਜਾਂਦੀ। ਭਾਰਤੀ ਫੌਜ ਇਸ ਤਰੀਕੇ ਨਾਲ ਚੜ੍ਹ ਕੇ ਪਾਕਿਸਤਾਨੀ ਫੌਜ ਦੇ ਉੱਤੇ ਜਾਂਦੀ ਹੈ ਕਿ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪੈਂਦੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੇ ਕਮਲਜੀਤ ਸਿੰਘ ਦੀ ਸ਼ਹੀਦੀ ਦਾ ਅਸੀਂ ਮਾਣ ਨਾਲ ਜ਼ਿਕਰ ਕਰਦੇ ਹਾਂ, ਪਰ ਅੱਜ ਕਿਉਂਕਿ ਰੱਖੜੀ ਆ ਔਰ ਕਿਉਂਕਿ ਅੱਜ ਭੈਣ ਭਰਾ ਦੇ ਪਿਆਰ ਦਾ ਦਿਨ ਆ ਤੇ ਇੱਕ ਖਾਸ ਕਹਾਣੀ ਕਮਲਜੀਤ ਦੇ ਨਾਲ ਜੁੜਦੀ ਹੈ ਕਿ 1971 ਦੀ ਜੰਗ ਤੋਂ ਬਾਅਦ 1972 ਨੂੰ ਕਮਲਜੀਤ ਦੀ ਭੈਣ ਅੰਮ੍ਰਿਤਪਾਲ ਕੌਰ ਉਸੇ ਜਗ੍ਹਾ ਤੇ ਪਹੁੰਚਦੀ ਹੈ ਜਿੱਥੇ ਉਹਦਾ ਵੀਰ ਸ਼ਹੀਦ ਹੋਇਆ ਸੀ, ਜਿੱਥੇ ਉਸਦੇ ਵੀਰ ਦੇ ਸਿਰ ਦਾ ਸੰਸਕਾਰ ਕੀਤਾ ਗਿਆ ਸੀ ਤੇ ਉੱਥੇ ਉਹਦੀ ਸਮਾਧੀ ਬਣਾਈ ਗਈ ਸੀ। ਲਗਾਤਾਰ 44 ਸਾਲ ਭੈਣ ਆਪਣੇ ਸ਼ਹੀਦ ਹੋਏ ਵੀਰ ਕੋਲ ਪਹੁੰਚਦੀ ਰਹੀ, ਰੱਖੜੀ ਬੰਨ੍ਹਦੀ ਰਹੀ ਉਹਦੀ ਸਮਾਧ ਨੂੰ ਤੇ ਆਪਣੇ ਉਸ ਪਿਆਰ ਦਾ ਸਬੂਤ ਦਿੰਦੀ ਰਹੀ ਕਿ ਵੀਰ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਲਈ ਦੁਨੀਆ ਤੋਂ ਨਹੀਂ ਜਾਂਦੇ, ਭਾਵੇਂ ਸਰੀਰਕ ਤੌਰ ਤੇ ਵੀਰ ਦੁਨੀਆ ਤੇ ਹੋਣ ਚਾਹੇ ਨਾ ਹੋਣ। ਸੋ 44 ਸਾਲ ਰੱਖੜੀ ਬੰਨ੍ਹਣ ਤੋਂ ਬਾਅਦ 2016 ਦੇ ਵਿੱਚ ਭੈਣ ਅੰਮ੍ਰਿਤਪਾਲ ਕੌਰ ਦੀ ਤਬੀਅਤ ਖਰਾਬ ਹੁੰਦੀ ਆ, ਆਪਣੀ ਜਾਨ ਖਤਮ ਹੋ ਜੂ, ਆਪਣੀ ਜਾਨ ਜਿਹੜੀ ਹੈ ਇਸ ਦੁਨੀਆ ਤੋਂ ਚਲੀ ਜਾਊਗੀ। ਇਸ ਚੀਜ਼ ਦਾ ਫਿਕਰ ਨਾ ਹੁੰਦੇ ਹੋਏ ਉਹ ਫੌਜ ਦੇ ਆਲਾ ਅਧਿਕਾਰੀਆਂ ਨੂੰ ਮਿਲਦੀ ਆ ਤੇ ਉਹਨਾਂ ਨੂੰ ਬੁਲਾਉਂਦੀ ਆ ਤੇ ਵਾਅਦਾ ਲੈਂਦੀ ਉਹਨਾਂ ਤੋਂ ਕਿ ਸ਼ਾਇਦ ਮੈਂ ਹੁਣ ਇਸ ਦੁਨੀਆ ਦੇ ਉੱਤੇ ਨਾ ਰਹਾਂ, ਪਰ ਬਮਿਆਲ ਸੈਕਟਰ ਦੇ ਵਿੱਚ ਬਣੀ ਹੋਈ ਮੇਰੇ ਵੀਰ ਦੀ ਸਮਾਧ ਹੈ ਜਿਹੜੀ, ਮੇਰੇ ਵੀਰ ਨੂੰ ਕਦੇ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਹ ਰੱਖੜੀ ਵਾਲੇ ਦਿਨ ਇਕੱਲਾ ਹੈ। ਤੇ ਵਾਅਦਾ ਕਰੋ ਮੇਰੇ ਨਾਲ ਕਿ ਮੇਰੇ ਚਲੇ ਜਾਣ ਤੋਂ ਬਾਅਦ ਰੱਖੜੀ ਵਾਲੇ ਦਿਨ ਭਾਰਤ ਦੇਸ਼ ਦੇ ਵਿੱਚੋਂ ਭਾਵੇਂ ਕੁਝ ਭੈਣਾਂ ਉੱਥੇ ਪਹੁੰਚ ਕੇ ਰੱਖੜੀ ਜ਼ਰੂਰ ਮੇਰੇ ਵੀਰ ਦੇ ਬੰਨਣ, ਤਾਂ ਕਿ ਉਹਨੂੰ ਇਹ ਕਦੇ ਮਹਿਸੂਸ ਨਾ ਹੋਵੇ ਕਿ ਉਹ ਇਕੱਲਾ ਰਹਿ ਗਿਆ ਤੇ ਰੱਖੜੀ ਵਾਲੇ ਦਿਨ ਉਹਦੇ ਕੋਲੇ ਕੋਈ ਪਹੁੰਚਿਆ ਨਹੀਂ। ਸੋ ਇਸ ਭਾਵਕ ਜਿਹੇ ਵਾਅਦੇ ਦੇ ਨਾਲ ਭੈਣ ਅੰਮ੍ਰਿਤਪਾਲ ਵੀ ਇਸ ਦੁਨੀਆ ਤੋਂ ਚਲੀ ਜਾਂਦੀ ਆ। ਤੇ ਅੱਜ ਜਿਹੜੀ ਖਾਸ ਚੀਜ਼ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਉਹ ਇਹ ਕਿ ਅੱਜ ਦੇ ਦਿਨ ਫਿਰ ਤੋਂ ਕਮਲਜੀਤ ਦੀ ਸਮਾਧ ਦੇ ਉੱਤੇ ਉਹ ਜਿਹੜੇ ਆਲਾ ਅਧਿਕਾਰੀ ਆਪਣੇ ਵਾਅਦੇ ਮੁਤਾਬਕ ਬਾਰਡਰ ਦੇ ਨਜ਼ਦੀਕ ਦੀਆਂ ਜਿਹੜੀਆਂ ਭੈਣਾਂ ਨੂੰ ਉੱਥੇ ਲੈ ਕੇ ਪਹੁੰਚੇ ਔਰ ਕਮਲਜੀਤ ਦੀ ਸਮਾਧ ਦੇ ਉੱਤੇ ਰੱਖੜੀ ਬੰਨ੍ਹੀ ਗਈ ਤੇ ਸਬੂਤ ਦਿੱਤਾ ਗਿਆ ਕਿ ਜੇ ਤੁਸੀਂ ਸਾਡੇ ਦੇਸ਼ ਦੇ ਲਈ ਸਾਡੀ ਜਾਨ ਮਾਲ ਦੀ ਰਾਖੀ ਕਰਨ ਦੇ ਲਈ ਸ਼ਹੀਦ ਹੋਏ ਹੋ ਤੇ ਸਾਨੂੰ ਵੀ ਖਾਸ ਦਿਨਾਂ ਦੇ ਉੱਤੇ ਤੁਸੀਂ ਹਮੇਸ਼ਾ ਯਾਦ ਆਉਂਦੇ ਹੋ ਔਰ ਤੁਹਾਡੀ ਯਾਦ ਦੇ ਨਾਲ ਨਾਲ ਅਸੀਂ ਆਪਣੇ ਬਣਦੇ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਭੈਣਾਂ ਉੱਥੇ ਪਹੁੰਚੀਆਂ, ਦੂਸਰੇ ਫੌਜੀ ਵੀਰਾਂ ਨੇ ਉਹਨਾਂ ਭੈਣਾਂ ਨੂੰ ਤੋਹਫੇ ਵੀ ਦਿੱਤੇ, ਪਰ ਕਮਲਜੀਤ ਦੀ ਸਮਾਧ ਅੰਮ੍ਰਿਤਪਾਲ ਨੂੰ ਕੀਤੇ ਵਾਅਦੇ ਦੇ ਮੁਤਾਬਕ ਸੁਣੀ ਨਹੀਂ ਛੱਡੀ ਗਈ ਤੇ ਅੱਜ ਰੱਖੜੀ ਦੇ ਦਿਨ ਬਹੁਤ ਸਾਰੀਆਂ ਭੈਣਾਂ ਉੱਥੇ ਪਹੁੰਚੀਆਂ। ਉੱਥੇ ਮੌਜੂਦ ਆਲਾ ਅਧਿਕਾਰੀ ਕੀ ਕਹਿੰਦੇ ਆ, ਉੱਥੇ ਮੌਜੂਦ ਛੋਟੀਆਂ ਛੋਟੀਆਂ ਕੁੜੀਆਂ ਜਿਹੜੀਆਂ ਰੱਖੜੀ ਲੈ ਕੇ ਗਈਆਂ
ਉਹਨਾਂ ਨੇ ਕੀ ਕਿਹਾ, ਉਹ ਸਭ ਕੁਝ ਸੁਣਦੇ ਹਾਂ। ਔਰ ਇਸ ਚੀਜ਼ ਦੇ ਉੱਤੇ ਸਾਡੇ ਸਹਿਯੋਗੀ ਨਿਤਿਨ ਲੂਥਰਾ ਦੀ ਖਾਸ ਰਿਪੋਰਟ ਤੁਹਾਡੇ ਰੂਬਰੂ ਕਰ ਰਹੀ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਨਿਤਿਨ ਲੂਥਰਾ। ਆਪਣੇ ਦਰਸ਼ਕਾਂ ਨੂੰ ਅੱਜ ਲੈ ਕੇ ਪਹੁੰਚੇ ਆ ਬਮਿਆਲ ਸੈਕਟਰ ਦੇ ਵਿੱਚ। ਇਹ ਬਾਰਡਰ ਏਰੀਆ ਹੈ। ਤਸਵੀਰ ਪਹਿਲਾਂ ਦਿਖਾ ਦੇਵਾਂ ਕਿ ਇਸ ਤੋਂ ਕਰੀਬ ਜਿੱਥੇ ਅਸੀਂ ਖੜੇ ਆ ਇਸ ਤੋਂ 50 ਮੀਟਰ ਦੂਰ ਜਿਹੜੀ ਆ ਫੈਂਸਿੰਗ ਹੈ ਔਰ ਬਿਲਕੁਲ ਨੇੜੇ ਹੀ ਜਿਹੜਾ ਪਾਕਿਸਤਾਨ ਹੈ। ਔਰ ਇਹ ਜਿੱਥੇ ਅਸੀਂ ਖੜੇ ਹਾਂ ਇਹ ਹੈ ਕਮਲਜੀਤ ਸਿੰਘ ਦੀ ਸ਼ਹੀਦੀ ਸਮਾਰਕ। 1971 ਦੀ ਜੰਗ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਹ ਉਹ ਸਿੰਘ ਸਨ ਜਿਨ੍ਹਾਂ ਦੇ ਧੌਣ ਲਾ ਕੇ ਤੇ ਇਸੇ ਏਰੀਏ ਦੇ ਵਿੱਚ ਇੱਕ ਦਰਖਤ ਤੇ ਟੰਗ ਦਿੱਤੀ, ਬੇਰੀ ਦੇ ਦਰਖਤ ਤੇ ਟੰਗ ਕੇ ਉਹਨਾਂ ਦੇ ਮੱਥੇ ਤੇ ਚਿੱਟ ਲਾ ਦਿੱਤੀ ਸੀ ਕਿ ਹਿੰਦੁਸਤਾਨੀ ਫੌਜ ਲਈ ਤੋਹਫਾ ਹੈ। ਉਸ ਤੋਂ ਬਾਅਦ ਬਾਰਡਰ ਸਿਕਿਉਰਿਟੀ ਫੋਰਸ ਨੇ ਆਪਣਾ ਐਸਾ ਦਮਖਮ ਦਿਖਾਇਆ ਕਿ ਪਾਕਿਸਤਾਨ ਦੀ ਫੌਜ ਨੂੰ ਮੂੰਹ ਦਿਖਾਣੀ ਪਈ। 1972 ਤੋਂ ਬਾਅਦ ਲਗਾਤਾਰ ਕਮਲਜੀਤ ਸਿੰਘ ਸ਼ਹੀਦ ਦੀ ਭੈਣ ਇਸੇ ਸਮਾਧ ਤੇ ਆ ਕੇ ਰੱਖੜੀ ਬੰਨ੍ਹਦੀ ਰਹੀ ਹੈ ਕਿਉਂਕਿ ਉਹ ਇਸ ਨੂੰ ਆਪਣੇ ਮਾਇਕੇ ਮੰਨਦੀ ਸੀ। ਕੀ ਨਾ ਜੀ? ਮੇਰਾ ਨਾਮ ਹਰਪ੍ਰੀਤ ਕੌਰ ਹੈ। ਹਰਪ੍ਰੀਤ, ਕੀ ਕਰਨਾ ਇੱਥੇ? ਅਸੀਂ ਇੱਥੇ ਸ਼ਹੀਦ ਕਮਲਜੀਤ ਸਿੰਘ ਦੀ ਸਮਾਧੀ ਉੱਤੇ ਤੇ ਨਾਲੇ ਸਾਡੇ ਜੋ ਸੈਨਿਕ ਹੈ ਉਹਨਾਂ ਨੂੰ ਰੱਖੜੀ ਬੰਨ੍ਹਣ ਆਏ ਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਹ ਕਮਲਜੀਤ ਸਿੰਘ ਜੀ ਦੀ ਸਿਸਟਰ ਉਹ ਇੱਥੇ ਰੱਖੜੀ ਹਰ ਸਾਲ ਬੰਨ੍ਹਣ ਆਉਂਦੇ ਸੀ। ਉਹ 2016 ਵਿੱਚ ਉਹ ਵੀ ਜਲ ਬਸੇ। ਉਸ ਤੋਂ ਬਾਅਦ ਇੱਥੇ ਬਾਰਡਰ ਦੀਆਂ ਸਾਰੀਆਂ ਭੈਣਾਂ ਇਹਨਾਂ ਨੂੰ ਰੱਖੜੀ ਬੰਨ੍ਹਣ ਆਉਂਦੀਆਂ ਹਨ ਕਿ ਇਹਨਾਂ ਨੂੰ ਨਾ ਲੱਗੇ ਕਿ ਅਸੀਂ ਇੱਥੇ ਇਕੱਲੇ ਹਾਂ, ਆਪਣੇ ਫੈਮਿਲੀ ਤੋਂ ਦੂਰ ਆ। ਅਸੀਂ ਇੱਥੇ ਸਾਡੀਆਂ ਵੀ ਭੈਣਾਂ ਹਨ ਜੋ ਕਿ ਹਰ ਸਾਲ ਸਾਨੂੰ ਇੱਥੇ ਰੱਖੜੀ ਬੰਨ੍ਹਣ ਲਈ ਆਉਂਦੀਆਂ ਹਨ ਅਤੇ ਅਸੀਂ ਇੱਥੇ ਕਮਲਜੀਤ ਸਿੰਘ ਨੂੰ ਵੀ ਰੱਖੜੀ ਬੰਨ੍ਹਣ ਆਉਂਦੇ। 4 ਦਸੰਬਰ 1971 ਨੂੰ ਭਾਰਤ ਪਾਕ ਯੁੱਧ ਵਾਇਰਲੈਸ ਆਪਰੇਟਰ ਕਮਲਜੀਤ ਸਿੰਘ ਇਸ ਪੋਸਟ 'ਤੇ ਤੈਨਾਤ ਸਨ। ਪਾਕਿਸਤਾਨੀ ਸੈਨਾ ਵੱਲੋਂ ਹਮਲਾ ਬੋਲ ਦਿੱਤਾ ਗਿਆ। ਸਾਡੇ BSF ਦੇ ਜਵਾਨਾਂ ਦੀ ਸੰਖਿਆ ਘੱਟ ਸੀ, ਉਹਨਾਂ ਦੀ ਨਫਰੀ ਜ਼ਿਆਦਾ ਸੀ, ਲੇਕਿਨ ਫਿਰ ਵੀ ਸਾਡੇ ਜਵਾਨ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ। ਲੇਕਿਨ ਆਖਿਰ ਜਵਾਨਾਂ ਨੇ ਪੋਸਟ ਛੱਡਣ ਦਾ ਫੈਸਲਾ ਕੀਤਾ। ਲੇਕਿਨ ਕਮਲਜੀਤ ਨੇ ਕਿਹਾ ਕਿ ਜਿਹਨੂੰ ਜਾਣਾ ਉਹ ਜਾ ਸਕਦਾ ਹੈ, ਲੇਕਿਨ ਮੈਂ ਆਖਰੀ ਗੋਲੀ ਤੇ ਅੰਤਿਮ ਸਾਂਸ ਤੱਕ ਜਿਹੜਾ ਲੜਾਂਗਾ। ਆਖਿਰ 'ਚ ਉਹ ਪਾਕਿਸਤਾਨੀ ਸੈਨਾ ਵੱਲੋਂ ਕੈਦੀ ਬਣਾ ਲਏ ਗਏ। 3 ਦਿਨ ਦੇ ਬਾਅਦ ਉਹਨਾਂ ਦਾ ਸਿਰ ਕਲਮ ਕਰਕੇ ਪਾਕਿਸਤਾਨੀ ਸੈਨਾ ਨੇ ਆਪਣੀ ਦਰਿੰਦਗੀ ਦਾ ਸਬੂਤ ਦਿੰਦਿਆਂ ਹੋਇਆਂ ਉਹਨਾਂ ਦਾ ਸਿਰ ਕਲਮ ਕਰਕੇ ਇੱਥੇ ਬੇਰੀ ਦਾ ਬ੍ਰਿਕਸ਼ ਹੈ ਉੱਥੇ ਲਟਕਾ ਦਿੱਤਾ, ਜਿੱਥੇ ਉਹਦੇ ਮੱਥੇ 'ਤੇ ਇੱਕ ਚਿੱਟ ਲਗਾਤੀ ਗਈ ਕਿ ਆਈਜੀ ਅਸ਼ਵਨੀ ਕਪੂਰ ਕੋ ਪਾਕਿਸਤਾਨੀ ਸੈਨਾ ਦਾ ਤੋਹਫਾ। ਉਸ ਤੋਂ ਬਾਅਦ ਸਾਡੀ BSF ਨੇ, ਸਾਡੀ ਆਰਮੀ ਨੇ ਆਪਣੇ ਉਸ ਜਵਾਨ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਹੋਇਆਂ ਪਾਕਿਸਤਾਨੀ ਸੈਨਾ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਔਰ ਕਾਫੀ ਸੰਖਿਆ 'ਚ ਉਹਨਾਂ ਦੇ ਸੈਨਿਕਾਂ ਨੂੰ ਮਾਰ ਗਿਰਾਇਆ। 1971 ਤੋਂ ਬਾਅਦ 1972 'ਚ ਇਸ ਸਮਾਧੀ 'ਤੇ, ਕਿਉਂਕਿ ਸ਼ਹੀਦ ਨਾਇਕ ਕਮਲਜੀਤ ਸਿੰਘ ਦਾ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ, ਉਹਨਾਂ ਦੀ ਭੈਣ ਅੰਮ੍ਰਿਤਪਾਲ ਕੌਰ ਜਲੰਧਰ ਤੋਂ ਆ ਕੇ ਇੱਥੇ ਆਪਣੇ ਭੈਣ ਦੀ, ਆਪਣੇ ਭਰਾ ਦੀ ਸਮਾਧੀ 'ਤੇ ਰੱਖੜੀ ਬੰਨ੍ਹਦੀ ਸੀ। ਪਰਿਵਾਰ ਉਹਦਾ ਅੰਮ੍ਰਿਤਸਰ ਰਹਿੰਦਾ ਸੀ, ਲੇਕਿਨ ਉਸ ਤੋਂ ਬਾਅਦ ਉਹਦੀ ਸ਼ਾਦੀ ਹੋਈ ਜਲੰਧਰ। ਫਿਰ ਉਹ ਜਲੰਧਰੋਂ ਆ ਕੇ ਵੀ, ਉਦੋਂ ਇਹ ਪੁਲ ਵੀ ਨਹੀਂ ਸੀ ਹੁੰਦਾ, ਇਸ ਸਮਾਧੀ 'ਤੇ ਆ ਕੇ ਰੱਖੜੀ ਬੰਨ੍ਹ ਕੇ ਜਿਹੜੇ BSF ਦੇ ਜਿਹੜੇ ਸਾਡੇ ਸੁਰੱਖਿਆ ਪ੍ਰਹਿਰੀ ਨੇ ਜਿਹੜੇ ਉਹਨਾਂ ਦੀ ਕਲਾਈ 'ਤੇ ਰੱਖੜੀ ਬੰਨ੍ਹ ਕੇ ਉਹਨਾਂ ਦੇ ਚਿਹਰਿਆਂ 'ਚ ਆਪਣੇ ਭਰਾ ਦਾ ਅਕਸ਼ ਜਿਹੜਾ ਹੈ ਉਹ ਦੇਖਦੀ ਸੀ। ਲੇਕਿਨ 4 ਸਾਲ ਪਹਿਲਾਂ ਇੱਕ ਬਿਮਾਰੀ ਦੇ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ। ਲੇਕਿਨ ਮਰਨ ਤੋਂ ਇੱਕ ਦਿਨ ਪਹਿਲਾਂ ਜਦ ਆਪਾਂ ਉਹਨਾਂ ਦਾ ਪਤਾ ਲੈਣ ਗਏ ਤੇ ਉਹਨਾਂ ਨੇ ਸਾਡੇ ਕੋਲ ਇੱਕ ਵਚਨ ਲਿਆ ਕਿ ਭਈਆ ਮੈਂ ਰਹਾਂ ਨਾ ਰਵਾਂ, ਲੇਕਿਨ ਜਿਹੜੀ ਸਿੰਬਲ ਪੋਸਟ ਤੇ ਮੇਰੇ ਵੀਰ ਦੀ ਸਮਾਧੀ ਹੈ, ਹਰ ਰੱਖੜੀ ਵਾਲੇ ਦਿਨ ਉਹ ਸਮਾਧੀ ਸੁੰਨੀ ਨਹੀਂ ਰਹਿਣੀ ਚਾਹੀਦੀ। ਮੇਰੇ BSF ਦੇ ਜਵਾਨਾਂ ਦੀ ਕਲਾਈ ਸੁੰਨੀ ਨਹੀਂ ਰਹਿਣੀ ਚਾਹੀਦੀ। ਬਾਰਡਰ ਦੀਆਂ ਭੈਣਾਂ ਨੂੰ ਨਾਲ ਲਾ ਕੇ ਉਹ ਸਿਲਸਿਲਾ ਤੁਸੀਂ ਜਾਰੀ ਰੱਖਣਾ ਹੈ। ਅਗਲੇ ਦਿਨ ਉਹ ਭੈਣ ਚੱਲ ਬਸੀ। ਆਪਾਂ ਉਸ ਵਚਨ ਨੂੰ ਨਿਭਾ ਰਹੇ ਹਾਂ ਅਤੇ ਹਰ ਸਾਲ ਰੱਖੜੀ ਵਾਲੇ ਦਿਨ ਬਾਰਡਰ ਦੀਆਂ ਭੈਣਾਂ ਨੂੰ ਨਾਲ ਲੈ ਕੇ ਉਹਨਾਂ ਦੀ ਸਮਾਧੀ 'ਤੇ ਰੱਖੜੀ ਬੰਨ੍ਹਦੇ ਹਾਂ ਅਤੇ ਜਿਹੜੇ ਉਸ ਪੋਸਟ 'ਤੇ ਤੈਨਾਤ BSF ਦੇ ਜਵਾਨਾਂ ਨੂੰ ਵੀ ਰੱਖੜੀ ਬੰਨ੍ਹ ਕੇ ਉਹਨਾਂ ਕੋਲੋਂ ਮੇਰੀਆਂ ਭੈਣਾਂ ਦੇਸ਼ ਦੀ ਸੁਰੱਖਿਆ ਦਾ ਵਚਨ ਲੈਂਦੀਆਂ ਨੇ। ਆਓ ਬੇਟੇ। ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਦੱਸੋ ਜੀ ਅੱਜ ਕੀ ਕਰਨਾ ਹੈ ਇੱਥੇ ਜੀ ਹਰ ਸਾਲ ਦੀ ਤਰ੍ਹਾਂ ਸ਼ਹੀਦ ਕਮਲਜੀਤ ਸਿੰਘ ਦੀ ਸਮਾਧ 'ਤੇ ਪੁਰਾਣੇ 1971 ਤੋਂ ਲੈ ਕੇ ਅੱਜ ਤੱਕ ਜੋ ਪਰੰਪਰਾ ਚੱਲਦੀ ਆਈ ਹੈ, ਰਕਸ਼ਾ ਬੰਧਨ ਦੇ ਦਿਨ ਉਹਨਾਂ ਦੀ ਭੈਣ ਪਹਿਲੇ ਇੱਥੇ ਰੱਖੜੀ ਬੰਨ੍ਹਣ ਆਉਂਦੀ ਸੀ ਅਤੇ ਉਹ 2-3 ਸਾਲ ਤੋਂ ਉਹਨਾਂ ਦੀ ਡੈਥ ਹੋ ਗਈ ਆ। ਅਤੇ ਇਹ ਸ਼ਹੀਦ ਪ੍ਰੀਸ਼ਦ ਦੇ ਆਪਣੇ ਪ੍ਰਧਾਨ ਨੇ ਜੋ ਕੁੰਵਰ ਵਿੱਕੀ ਜੀ, ਉਹਨਾਂ ਨੂੰ ਇਹਨਾਂ ਨੇ ਵਚਨ ਦੇ ਰੱਖਿਆ ਕਿ ਤੁਹਾਡੇ ਜਾਣ ਤੋਂ ਬਾਅਦ ਇਹ ਪਰੰਪਰਾ ਜਿਹੜੀ ਆ ਅਸੀਂ ਚਾਲੂ ਰੱਖਾਂਗੇ। ਅਤੇ ਉਹਨਾਂ ਦੀ ਇਸੇ ਚੀਜ਼ ਨੂੰ ਲੈ ਕੇ ਹਰ ਸਾਲ ਇੱਥੇ ਰਕਸ਼ਾ ਬੰਧਨ ਦੇ ਦਿਨ, ਰਕਸ਼ਾ ਬੰਧਨ ਦੇ ਟਾਈਮ ਆਉਂਦੇ ਨੇ। ਜੋ ਵੀ ਮੰਨ ਲਓ ਸਾਡੇ ਇੱਥੇ ਫੌਜੀ ਨੇ, BSF ਆਰਮੀ ਦੇ ਜਵਾਨ ਨੇ, ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਏ ਕਿ ਅਸੀਂ ਆਪਣੇ ਘਰਾਂ ਤੋਂ
ਦੂਰ ਬੈਠੇ ਆ ਤੇ ਸਾਡਾ ਇੱਥੇ ਕੋਈ ਮਤਲਬ ਦੇਖ ਰੇਖ ਵਾਲਾ ਕੋਈ ਉਹ ਨਹੀਂ ਹੈ। ਇਸ ਕਰਕੇ ਹਰ ਸਾਲ ਦੀ ਤਰ੍ਹਾਂ ਰਕਸ਼ਾ ਬੰਧਨ ਦੇ ਦਿਨ ਅੱਜ ਵੀ ਅਸੀਂ ਇਹਨਾਂ ਨੂੰ ਫੌਜੀ ਵੀਰਾਂ ਨੂੰ ਰੱਖੜੀ ਬੰਨ੍ਹਣ ਆਏ ਹਾਂ।